ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਜੀਤ ਹਰਜੀਤ ਹਾਜ਼ਰ ਹਾਂ ਚੈਨਲ ਦਾ ਬੇहद ਖਾਸ ਪ੍ਰੋਗਰਾਮ ਆਮੋ ਸਾਹਮਣੇ ਮੁਲਾਕਾਤ ਲੈ ਕੇ। ਇਸ ਵਾਰ ਅਸੀਂ ਗੱਲਬਾਤ ਕਰ ਰਹੇ ਹਾਂ ਉਰਦੂ ਜ਼ੁਬਾਨ ਦੇ ਪ੍ਰਸਿੱਧ ਸ਼ਾਇਰ, ਕਹਾਣੀਕਾਰ, ਇਤਿਹਾਸਕਾਰ ਕ੍ਰਿਸ਼ਨ ਬੇਤਾਬ ਜੀ ਨਾਲ। ਬੇਤਾਬ ਜੀ, ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ। ਬਹੁਤ ਬਹੁਤ ਸ਼ੁਕਰੀਆ। ਸਿਹਤਾਂ ਦੇ ਕੀ ਹਾਲ ਨੇ? ਵਧੀਆ, ਬੱਲੇ ਬੱਲੇ। ਅੱਛਾ ਬੇਤਾਬ ਜੀ, ਆਪਾਂ ਅੱਜ ਜਿਸ ਮੁੱਦੇ ਦੇ ਉੱਪਰ ਗੱਲਬਾਤ ਕਰ ਰਹੇ ਹਾਂ, ਤੁਹਾਡੇ ਇਸ਼ਕ ਦੀ ਐਸੀ ਦਾਸਤਾਨ ਜਿਹਨੂੰ ਆਪਾਂ ਇਸ਼ਕ ਹਕੀਕੀ, ਜੇ ਅਜੋਕੇ ਸਮੇਂ ਦੇ ਇਸ਼ਕ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਹੋਰ ਗੰਧਲਾਪਨ ਬਹੁਤ ਕੁਝ ਦੇਖਣ ਨੂੰ ਮਿਲਦਾ ਹੈ। ਪਰ ਤੁਸੀਂ ਜਿਹੜਾ ਇਸ਼ਕ ਦੱਸਿਆ ਉਹ ਮੈਂ ਚਾਹੁੰਦਾ ਸੀ ਕਿ ਦਰਸ਼ਕਾਂ ਤੱਕ ਜ਼ਰੂਰ ਪਹੁੰਚੇ। ਉਹਦੇ ਬਾਰੇ ਸਾਨੂੰ ਜ਼ਰੂਰ ਦੱਸੋ, ਕਿਵੇਂ ਹੋਇਆ ਇਸ਼ਕ ਤੁਹਾਨੂੰ? पहले तो सब तो पहले मैं इसके मतलब एक शेर कहना चाहना है। हाँ जी। ये इश्क नहीं आसान, इतना ही समझ लीजिए। हाँ जी। एक आग का दरिया है और डूब के जाना है। क्या बात है, क्या बात है। गल ये है कि जिस दे मतलब तुसी मेरे नाल गुफ्तगू करना चाह रहे हो, मेरे नाल रूबरू हो रहे हो, ਉਹ ਮਾਇਆਨਾਥ ਹਸਤੀ ਜਿਹੜੀ ਸੀ ਹਿੰਦੁਸਤਾਨ ਦੀ, ਹਾਂਜੀ, ਉਹ ਸੀ ਸ਼੍ਰੀਮਤੀ ਤਾਰਾ ਚੌਧਰੀ। ਠੀਕ ਹੈ ਜੀ। ਗੱਲ 1948 ਦੀ ਹੈ। ਹਾਂਜੀ। ਰੀਗਲ ਥੀਏਟਰ ਨਿਊ ਦਿੱਲੀ 'ਚ ਹਾਂਜੀ। ਪੰਡਿਤ ਨਹਿਰੂ ਨੇ ਇੱਕ ਏਸ਼ੀਅਨ ਕਾਨਫਰੰਸ ਬੁਲਾਈ ਸੀ। ਹਾਂਜੀ। ਕਿ ਜਿਸ ਤਰ੍ਹਾਂ ਹਿੰਦੁਸਤਾਨ ਆਜ਼ਾਦ ਹੋਇਆ ਹੈ, ਇਸੇ ਤਰ੍ਹਾਂ ਏਸ਼ੀਆ ਦੇ ਹੋਰ ਦੂਜੇ ਮੁਲਕ ਜਿਹੜੇ ਗੁਲਾਮੀ ਦੀ ਜ਼ੰਜੀਰਾਂ ਜਕੜੇ ਹੋਏ ਉਹ ਆਜ਼ਾਦ ਹੋ ਜਾਣ। ਅੱਛਾ ਜੀ। ਉਹਨਾਂ ਦੇ ਮਨੋਰੰਜਨ ਲਈ ਹਾਂਜੀ ਸ਼੍ਰੀਮਤੀ ਤਾਰਾ ਚੌਧਰੀ ਨੂੰ ਮਦਰਾਸ ਤੋਂ ਬੁਲਾਇਆ ਗਿਆ। ਅੱਛਾ ਜੀ। ਤਾਂ ਕਿ ਉਹਨਾਂ ਦਾ ਐਂਟਰਟੇਨਮੈਂਟ ਕਰ ਸਕਣ। ਠੀਕ ਹੈ ਜੀ। ਔਰ ਉਹ ਐਂਟਰਟੇਨਮੈਂਟ ਹਿੰਦੁਸਤਾਨ ਦੀ ਜਿਹੜੀ ਕਲਾ ਹੈ, ਤਹਿਜ਼ੀਬ ਹੈ, ਤਮੱਦਨ ਹੈ, ਜਿਹੜਾ ਸਾਡਾ ਵਿਰਸਾ ਉਹਦੇ ਅਨੁਸਾਰ ਹੋਣਾ ਚਾਹੀਦਾ ਥਾ। ਸੋ ਐਸੀ ਇੱਕ ਰਕਾਸਾ ਨੂੰ ਚੁਣਿਆ ਗਿਆ, ਨਿਰਤਕੀ ਨੂੰ ਚੁਣਿਆ ਗਿਆ, ਜਿਹੜੀ ਉਹ ਆਪਣੇ ਜ਼ਮਾਨੇ ਦੀ ਮਸ਼ਹੂਰ ਔਰਤ ਸੀ। ਠੀਕ ਹੈ ਜੀ। ਉਹਦਾ ਨਾਮ ਸੀ ਤਾਰਾ ਚੌਧਰੀ। ਠੀਕ ਹੈ ਜੀ। ਉਹਦਾ ਸ਼ੋਅ ਜਦੋਂ ਉਹਨੂੰ ਦਿਖਾਇਆ ਗਿਆ ਉਸ ਡੈਲੀਗੇਸ਼ਨ ਨੂੰ, ਉਹਦੇ ਬਾਅਦ ਇੱਕ ਸ਼ੋਅ ਪਬਲਿਕ ਦਾ ਵੀ ਰੱਖਿਆ ਗਿਆ। ਠੀਕ ਹੈ ਜੀ। ਔਰ ਮੈਂ ਪਿਤਾ ਜੀ ਦੇ ਨਾਲ ਨਵੀਂ ਦਿੱਲੀ ਜਦ ਅਸੀਂ ਜਾਂਦੇ ਥੇ, ਨਵੀਂ ਦਿੱਲੀ ਦੀ ਜ਼ਰੂਰ ਫੇਰੀ ਪਾਉਂਦੇ ਥੇ, ਕਿਉਂਕਿ ਮੈਨੂੰ ਨਵੀਂ ਦਿੱਲੀ ਨਾਲ ਇਸ਼ਕ ਹੈ। ਠੀਕ ਹੈ ਜੀ। ਉਹਦੇ ਕੈਨਾਟ ਪਲੇਸ ਜਿਹੜੀ ਜਗ੍ਹਾ ਹੈ ਉਹ ਬੜੀ ਗਜ਼ਬ ਦੀ ਜਗ੍ਹਾ। मैंने ਉਹਦੇ ਬਾਰੇ ਨਜ਼ਮ ਵੀ ਲਿਖੀ ਹੈ ਇੱਕ। ਠੀਕ ਹੈ। कैनाट प्लेस जिसे बारह खंबा भी कहते हैं, हसीनों की जिसको हसी गुजरगाह भी कहते हैं, ये मरकज़ हिंद की एक रंगीन सी बस्ती है, हसीन इस पर और ये हसीनों पे मरती है। क्या बात है। तो उस दा मैं दीवाना था। मैं जब भी दिल्ली जाना और उत्थे 4 सिनेमा थे, प्लाजा, रिवॉली और ओडियन, और एक और सिनेमा था रीगल। हाँ जी। तो उस रीगल सिनेमा ਦੇ ਵਿੱਚ ਉਹ ਜਿਹੜਾ ਡੈਲੀਗੇਸ਼ਨ ਆਇਆ ਹੋਇਆ ਸੀ, ਪੰਡਿਤ ਨਹਿਰੂ ਦੇ ਸੱਦੇ 'ਤੇ, ਹਾਂਜੀ, ਉਹਦੇ ਐਂਟਰਟੇਨਮੈਂਟ ਦੇ ਵਾਸਤੇ ਬਾਅਦ ਇੱਕ ਸ਼ੋਅ ਪਬਲਿਕ ਵੀ ਕੀਤਾ ਗਿਆ। ਠੀਕ ਹੈ ਜੀ। ਜਿਹਦਾ ਉਸ ਵੇਲੇ ਟਿਕਟ 100 ਰੁਪਇਆ ਸੀ। ਠੀਕ ਹੈ ਜੀ। ਇਹ ਕਿਹੜੇ ਸਮੇਂ ਦੀ ਗੱਲ ਹੋਈ? ਸਨ 1948। 1948। ਠੀਕ ਹੈ। ਮੈਂ ਉਦੋਂ ਦੇਖ ਲਓ ਕਿ 15 ਸਾਲ ਦਾ ਥਾ। ਠੀਕ ਹੈ ਜੀ। ਅਤੇ ਪਿਤਾ ਜੀ ਮੈਨੂੰ ਕਹਿਣ ਲੱਗੇ, ਕ੍ਰਿਸ਼ਨ, ਮੈਂ ਕਿਹਾ ਹਾਂਜੀ। ਯਾਰ ਕਹਿੰਦੇ ਆਪਾਂ ਇਹ ਸ਼ੋਅ ਦੇਖਾਂਗੇ। ਠੀਕ ਹੈ ਜੀ। मैं जी देख लो, बड़ी अच्छी गल है। अच्छा, मैनू वो बहुत प्यार करते थे, अपने नाल हर वक्त रखते थे। वो चाहते थे कि सारी ख़ानदानी खूबियाँ, सारी तहजीब और सारा सलीका मेरे अंदर आ जाए, ताकि मैं एक ऐसे बाप का बेटा साबित होवां जिहड़ा हर पक्षों कंप्लीट सी। क्या बात है। ਉਹ ਮੈਨੂੰ ਸੰਸਕ੍ਰਿਤ ਦੇ ਸ਼ਲੋਕ ਵੀ ਮੈਨੂੰ ਯਾਦ ਕਰਾਉਂਦੇ, ਮਹਾਮਰਤੰਜਾ ਦਾ ਮੰਤਰ ਵੀ ਯਾਦ ਉਹਨਾਂ ਨੇ ਕਰਾ ਗੋਇਆ। ਉਹ ਮੈਨੂੰ ਕੰਪਲੀਟ ਦੇਖਣਾ ਚਾਹੁੰਦੇ ਸੀ। ਖੈਰ ਅਸੀਂ ਟਿਕਟ 100 ਰੁਪਇਆ ਸੀਗਾ ਲੈ ਕੇ ਉਹ ਅਗਲੀ ਰੋਜ਼ ਬੈਠੇ ਸੀ। ਠੀਕ ਹੈ। ਤਾਂ ਤੁਸੀਂ ਯਕੀਨ ਮੰਨਣਾ ਮੇਰੇ ਦੋਸਤ ਕਿ ਜਿਸ ਵੇਲੇ ਪਰਦਾ ਉੱਠਿਆ, ਪਹਿਲਾ ਸੀਨ ਤਾਂ ਸੂਰਜ ਉਦੇ ਦਾ। ਠੀਕ ਹੈ। ਯਾਨੀ सूर्य स्टेज के कॉर्नर तो निकल रहा था और ऐ लग रहा था भी सच्ची मुच्ची सूरज निकल। क्या बात है। और वो फिर उस रकासा ने, डांसर ने आके जो नृत्य किया है, तो तुसी ये देख लो, ऐसा बंदा जिहदी समझ भी ना कुछ ना आंदा होवे, वो भी सिर झूम रहा था। क्या बात है। और उस हॉल दे विच
जितने लोग बैठे थे वो सारे बंगाली थे या फॉरेनर थे या अमीर आदमी थे, ठीक है। क्योंकि टिकट 100 रुपये तो कटता बिल्कुल। से नहीं। तो मैंने पिता जी ਨੂੰ ਕਿਹਾ, ਮੈਂ ਪਿਤਾ ਜੀ ਇੱਥੇ ਪਟਵੀਜ ਨੇ ਬਹੁਤ ਹੈ ਹਾਲ ਦੇ ਵਿੱਚ। ਮੈਨੂੰ ਕਹਿੰਦੇ ਕਮਲਿਆ ਪਟਵੀਜ ਨਹੀਂ ਹੈ, ਇਹ ਜਿਹੜੇ ਲੋਕ ਉਰੇ ਬੈਠੇ ਉਹਨਾਂ ਨੇ ਹੀਰੇ ਪਾ ਰੱਖੇ ਡਾਇਮੰਡ ਦੇ ਅੱਛਾ ਜੀ, ਕੰਨਾਂ ਦੇ ਵਿੱਚ, ਨੱਕਾਂ ਦੇ ਵਿੱਚੋਂ ਜਿਹੜੇ ਐਂ ਹੁੰਦੇ ਤਾਂ ਉਹਦੀ ਚਮਕ ਹੈ। ਕੀ ਬਾਤ ਹੈ। तो मैं बड़ा मुतासर होया। खैर देखा साने, देख के संगरूर आ गए, लेकिन तारा चौधरी जिहड़े सन वो किसी में बिल्कुल पाकीज़ा निगाह दी नाल उन्हां नूं लिता। ठीक है जी, अश्लीलता नहीं, ठीक है जी, एक इबादत के तौर क्या बात है। मैं उन्हां दा जिहड़ा ब्रोशर था उत्थों खरीदया, खरीद के पिता जी ने मैंने लैके दिता सी। आ गया, मेरा जी ना लगे। तारा चौधरी मेरी अखां दे सामने फिरी जावे, क्या बात है। जिथे देखा तारा चौधरी लिखदा, जिथे देखा तारा चौधरी लिखदा, जिथे देखा तारा चौधरी लिखदा। और एक दिन ऐसा आया कि मैं अपने आप को रोक नहीं सका। मैंने एक ब्रीफ केस कपड़े पाए 2-4 अपने, और ब्रीफ केस तैयार किया और 8 की गड्डी सवेरे बैठ गया, दिल्ली पहुंचा। शाम को देखा भी तारा चौधरी का शो हो रहा है, ठीक है, रीगल च पहुंच गया मैं। हालांकि उत्थे पाबंदी भी लगी हुई थी, जान नहीं देंगे थे आम आदमी को। मैं किसी न किस तरह एंटर कर गया। अच्छा जी, और वो जिस वेले मैं उधर जाके ग्रीन रूम चला गया जिथे वो ड्रेसिंग करते होंगे थे, मेकअप ठीक है, करते करते मैं उस कैबन च जब बढ़िया तो देखा सामने शीशे के विच वो खड़े बैठे हैं और अपना मेकअप कर रहे हैं। ठीक है, उन्होंने इन्नी इन्नी अखां गलां थी कालियां और ऐ लगे भी किसी गिलास से 2 मछलियां अखां। क्या बात है। मैं उन्होंने पीछे खड़ा हो गया और ब्रीफ केस मेरे हाथी, उन्होंने शीशे च मैंने कहा, हाउ आर यू, हाउ, किस तरह अंदर आए तुसी। मेरे हाथ तो ब्रीफ केस गिर गया और मैं कह मैं तो दिनों सोचा मैं घरों भज गया। और ये कहती गेट आउट। मैं बाहर आ गया। बाहर आके जब देखा कि उस रीगल सिनेमा का जो पेंटर था भानु मुजमदार बंगाली था, छोटे जे गद्दा नसवार सूंघ रहा। अच्छा, और मैंने कहना ना कहना डस लेगी। कहते हैं क्या बात है। तो घर से भाग कर आए हो। मैं कहा हाँ जी, घरों भज गए। वो कहना मेरे साथ रहो। खैर ये लंबी कहानी है। फिर मैं उहदे कोले रहा उत्थे। अच्छा जी, इन्ने मेरे पिता जी नूं पता लग गया भी ये तारा चौधरी करके भज्या। और उन्होंने दिनों च तारा चौधरी होटल इंपीरियल च ठहरी हुई थी। ठीक है, मेरे पिता जी उन्होंने मिलन गए ठीक है, और उसनूं मिल के उन्होंने सारी गल दस दी। वो कहती देखो जी तुसीं मेरा सारा स्टाफ देख लो, सारे डांसर देख लो, सारे ਜਿਹੜੇ म्यूजिशियन है वो देख लो। मैं सारे बुलाता, उसने लाइन च खड़ा करता ठीक है, कि थोड़ा लड़का है तो लै जाओ। मेरे को आई ही नहीं हो। क्या बात है। और उन्हें ताजुब किया कि लड़के फिल्म स्टार लिए तो भजते हैं, नचारा लिए कौन भजदा है। क्या बात है, तो कहनी जब थोड़ा मुंडा घर आ जाए मैं उसनूं लेके आना मेरे को। क्या बात है। बस इन्हें मैं आ गया। आके पंडित नेहरू ने, पंडित जवाहरलाल नेहरू ने एक डेलीगेशन भेजना सी रशिया। ठीक है, ਉਹਦੇ ਵਿੱਚ आसा सिंह मस्ताना, सुरिंदर कौर, बंगाली आर्टिस्ट और अपने तारा चौधरी, सारे प्रांतां दे ਜਿਹੜੇ कलाकार थे। क्या बात है। ਉਹਦਾ डेलीगेशन 100 आदमियों का बना, ਉਹਨੂੰ बुला के तारा चौधरी ਨੂੰ ਵੀ ਉਹਦੇ ਵਿੱਚ शामिल किया। ठीक है, तारा चौधरी का टैलीग्राम आया मेरे पिता जी ਨੂੰ कि रीच इमीजिएटली विद कृष्णा दिल्ली। क्या बात है। मैनू असी चले गए उत्थे। उसने जाके कहा, मेरे पिता जी बहुत लाइक करती थी क्योंकि मेरे पिता जी का टेस्ट जो है क्लासिकल था। ठीक है, क्योंकि संगीत क्लासिकल जानते थे, राग रागने तो माहर थे, वो ज्योतिष दे माहर थे, शौकीन था पत्थर दे, स्टोन्स दे, कन्ना चो खुद डायमंड पाते थे। एक क्योंकि रईस बेटे थे, अपने माँ बाप के इकलौते बेटे थे। और उन्होंने म्यूज़िक, सिंगिंग, क्लासिकल महारत हासिल की थी। और साढ़े को 3 ग्रामोफोन रिकॉर्डिंग मशीनां थी जिहदे च वो रिकॉर्ड सुनते होंगे। लोग आते साड़ी महफलों च बैठते, साड़ी ड्राइंग रूम च बैठते, इंजॉय करते थे। सो वो सारे संस्कार मेरे अंदर भरे हुए थे। बस फिर उसनूं वो कहनी
ਜਦ ਆਓ ਤੁਸੀਂ, ਉਹਨੇ ਟੈਲੀਗ੍ਰਾਮ ਭੇਜਿਆ ਵੀ ਮੈਂ ਆ ਰਹੀ ਹਾਂ, ਮੈਨੂੰ ਰਸ਼ੀਆ ਜਾਣਾ ਹੈ, ਬੁਲਾਓ। ਉਹ ਆਏ ਜੀ। ਹੁਣ ਤੁਸੀਂ ਉਹ ਵਾक़ਾ ਸੁਣ ਲਓ। मैं जब नीचे बैठा थी और वो ऊपर ठहरी हुई थी, और जिस वक्त वो नीचे सीढ़ी तो उतर रही थी, तो ऐ लग रहा था कि कोई उर्वशी या अप्सरा कोई आ रही है। उसने कन्ना दे विच शाम का वक्त था, लंक में कांटे पा रखे थे और काली ड्रेस थी उसकी, और उसने पल्लू ऐ किते, सीढ़ियाँ जो उतर रही थी खरामा खरामा। मैं कहना देख क्या गजब दी, कोई मेरे दूजी भावना नहीं आई, और मेरा जी ये किया भी मैं जाके पैरों 'ਚ गिर जाऊं। क्या बात है। खैर मैनू फिर तुसी ਜ਼ਾਹਰ ਕੀਤਾ ਆਪਣਾ ਇਸ਼ਕ? नहीं, मैं मेरे पिता आए, फिर पिताजी मैंने मिले, मिलाया पिता जी मिलन गए। उसनू एक हाथी दंत का उन्होंने लॉर्ड गणेश का स्टैचू दिता। अच्छा। ਉਹਨੂੰ ਮਿਲਣ ਗਿਆ, ਔਰ ਉਹਨੇ ਕਿਹਾ ਸੀ ਵੀ ਜਦੋਂ ਮੈਂ ਦਿੱਲੀ ਜਾ ਰਹੀ ਆ ਰਹੀ ਹਾਂ, ਕ੍ਰਿਸ਼ਨ ਨੂੰ ਨਾਲ ਲੈ ਕੇ ਆਓ। ਕੀ ਬਾਤ ਹੈ। ਬਸ ਫਿਰ ਮੈਨੂੰ ਮਿਲੇ, ਉਹ ਮੈਨੂੰ ਫਿਰ ਉਹਨਾਂ ਨੇ ਮਜ਼ਾਕ ਵਿੱਚ ਕਿਹਾ ਤਾਂ ਹੁਣ ਆ ਜਾ ਭੱਜ ਕੇ ਕਹਿੰਦੀ। ਕੀ ਬਾਤ ਹੈ। ਬਸ ਇੱਥੋਂ ਸ਼ੁਰੂ ਹੋ ਗਈ। ਅੱਛਾ, ਇਹ ਦੋਸਤੋ ਜਿਵੇਂ ਆਪਾਂ ਅੱਜ ਦੇ ਸਮੇਂ 'ਚ ਦੇਖਦੇ ਹਾਂ ਕਿ ਜਿਹੜਾ ਚਾਰ ਕਲਾ ਜਿਹਨੂੰ ਆਪਾਂ ਕਹਿੰਦੇ ਹਾਂ ਕਿ ਹੁਣ ਡਾਂਸਰ ਦੀ ਗੱਲ ਕਰੀ ਤਾਂ ਉਹਨੂੰ ਬਹੁਤ ਬੁਰੀ ਨਜ਼ਰ ਨਾਲ ਦੇਖਿਆ ਜਾਂਦਾ ਹੈ। ਉਹਨਾਂ ਸਮਿਆਂ 'ਚ ਕਿੰਨੀ ਪਕੀਦਗੀ ਸੀ, ਕਿੰਨੀ ਉਹ, ਜਿਵੇਂ ਹੁਣ ਬੇਤਾਬ ਜੀ ਦੱਸ ਰਹੇ ਨੇ ਕਿ ਕਿਸ ਲਹਿਜ਼ੇ ਨਾਲ ਉਹ ਪੇਸ਼ ਆਏ ਤੇ ਕਿਸ ਲਹਿਜ਼ੇ ਨਾਲ ਇਹਨਾਂ ਨੇ ਉਹਨਾਂ ਬਾਰੇ ਸੋਚਿਆ, ਇਹ ਬਹੁਤ ਵੱਡੀ ਗੱਲ ਸੀ। ਕਿੰਨੀ ਕੁ ਪ੍ਰਸਿੱਧੀ ਸੀ ਉਹਨਾਂ ਦੀ ਉਹਨਾਂ ਵੇਲੇ 'ਚ? ਔਰ ਉਸ ਵੇਲੇ ਹਿੰਦੁਸਤਾਨ ਦੀ ਟੌਪ ਨੰਬਰ 1 ਤੇ ਉਦੈ ਸ਼ੰਕਰ थे। ठीक है। क्लासिकल डांस। नंबर 2 ਤੇ थे राम गोपाल। ठीक है। ਉਹ ਰਾਮ ਗੋਪਾਲ ਦੀ शिष्य थी। अच्छा जी। नंबर 3 ਤੇ ਤਾਰਾ ਚੌਧਰੀ। ठीक है। ਹੋਰ ਵੀ ਹੋਣਗੇ, ਲੇਕਿਨ ਮਸ਼ਹੂਰ ਜਿਹੜੇ थे ਕਿਉਂਕਿ नृत्य ਦੇ ਨਾਲ, रक्स ਦੇ ਨਾਲ ਉਹ ਬਜ਼ਾਤੇ ਖੁਦ ਬੜੀ ਹਸੀਨ ਔਰਤ थी। ठीक है जी। ਸੋਨੇ ਤੇ ਸੁਹਾਗਾ ਹੀ ਸੀ। ਤੁਸੀਂ ਪਿਤਾ ਜੀ ਨਾਲ ਜਿਹੜੀ ਮੁਲਾਕਾਤ ਕੀਤੀ, ਉਹ ਤੋਂ ਇਲਾਵਾ ਵੀ ਕੋਈ ਮੁਲਾਕਾਤ ਹੋਈ ਤੁਹਾਡੀ ਉਹਨਾਂ ਨਾਲ? ਹਾਂ। ਅੱਛਾ ਜੀ। ਜਿਸ ਵੇਲੇ ਉਹ ਰਸ਼ੀਆ ਤੋਂ ਵਾਪਸ ਆਈ, ਉਹਨਾਂ ਨੇ ਮੈਨੂੰ ਪੋਲੈਂਡ ਤੋਂ ਖਤ ਲਿਖਿਆ, ਉਹਨਾਂ ਨੇ ਚੈਕੋਸਲੋਵਾਕੀਆ ਤੋਂ ਖਤ ਲਿਖਿਆ, ਉਹਨਾਂ ਨੇ ਹੋਟਲ ਮਾਸਕੋ ਤੋਂ ਖਤ ਲਿਖਿਆ। ਅੱਛਾ ਜੀ। ਔਰ ਉਸ ਲਿਖਿਆ ਕ੍ਰਿਸ਼ਨ ਅੱਜ ਬਾਦਸ਼ਾਹ ਥੀਏਟਰ ਜਿਹੜਾ ਰਸ਼ੀਆ ਦਾ ਸਭ ਤੋਂ ਬੜਾ ਥੀਏਟਰ ਹੈ, ਹਜ਼ਾਰਾਂ ਆਦਮੀ ਨੇ ਖੜੇ ਹੋ ਕੇ ਮੈਨੂੰ 5 ਮਿੰਟ ਤਾਲੀਆਂ ਨਾਲ ਸਵਾਗਤ ਕੀਤਾ। ਮੇਰੇ ਨ੍ਰਿਤ ਤੋਂ ਲੋਕ ਵਾਰੇ ਵਾਰੇ ਜਾ ਰਹੇ थे, और जब मैं मास्को की सड़कों पर तुर रही थी तो हजूम मेरे आले दुआले सी, और मेरे पैर ते वो मुहावर लग्या हुंदा। मुहावर हुंदा एक रंग हुंदा पैरों के, ऐ लाया जाता पैरों की किनारियां ते। ठीक है। ते मैनू लोग खड़े कर करके मेरे पैरों के मुहावर ते मैनू पुछदे की है, और कोई मैनू किस करदा, कोई मैनू जप्फी पाने की कोशिश करदा, और मेरा चलना मुश्किल हो गया। इन मैनू लोग इतने गुरदीदा हो गए साढ़े। क्या बात है। मेरे और मेरी कला दे और हिंदुस्तान दे। ठीक है जी। फिर अंतिम मुलाकात ਤੁਹਾਡੀ ਕਦੋਂ ਤੇ ਕਿੱਥੇ ਹੋਈ? हाँ, अंतिम मुलाकात फिर जिस मास्को तो वापस आ गए हो, फिर उन्होंने फिर कहा, फिर मैं गया। उस वे पिता जी भी मेरे नाल सीगे, लेकिन पिता जी को इतने बैंक ਦੇ ਵਿੱਚ मीटिंग थी ज़रूरी, तो उन्होंने जाना सीगा, वो चले गए, मैनू छड़ गए। ठीक है। फिर मैं उन्होंने रात ਨੂੰ 11 ਵਜੇ ਪਲੇਨ ਆਇਆ ਮਾਸਕੋ ਤੋਂ। ਠੀਕ ਹੈ। ਤੇ ਉਹਨਾਂ ਦਾ ਭਰਾ AR ਚੌਧਰੀ ਔਰ ਮੈਂ ਦੋਨੋਂ ਫਿਰ ਉਹਨਾਂ ਨੂੰ ਰਿਸੀਵ ਕਰਨ ਗਏ, ਔਰ ਉਹਨਾਂ ਦਾ ਠਹਿਰਾਓ ਗਵਰਨਮੈਂਟ ਆਫ ਇੰਡੀਆ ਵੱਲੋਂ ਹੈਦਰਾਬਾਦ ਹਾਊਸ ਸੀ। ਠੀਕ ਹੈ। ਤੇ ਬਸ ਫਿਰ ਕੀ ਹੋਇਆ, ਉਹ ਜਿਸ ਵਕਤ ਆਏ ਤਾਂ ਉਹ ਲੋਕ ਪ੍ਰੈਸ ਫੋਟੋਗ੍ਰਾਫਰ, ਪ੍ਰੈਸ ਲੋਕ, ਰਸ਼ੀਅਨ ਐਮਬੈਸੀ ਦੇ ਆਦਮੀ ਇਕੱਠੇ ਹੋ ਸੀਗੇ ਉੱਥੇ, ਹੋਰ ਉਹਨਾਂ ਨੂੰ ਘੇਰ ਲਿਆ। ਔਰ ਮੈਂ ਜਿੱਧਰ ਨੂੰ ਬੜਾ ਉੱਧਰ ਭੀੜ, ਜਿੱਧਰ ਨੂੰ ਮੈਂ ਬੜਾ ਉੱਧਰ ਭੀੜ। ਵਜੰਤੀ ਮਾਲਾ ਲੈ ਲਈ। ਵਜੰਤੀ ਮਾਲਾ ਹੁੰਦੀ ਹੈ ਗਲੇ ਤੋਂ ਲੈ ਕੇ ਜਿਹੜੀ ਲੰਬੀ ਹੋਵੇ ਪੈਰਾਂ ਤੱਕ, ਬਿਲਕੁਲ ਕਲੀਆਂ ਦੀ, ਯਾਨੀ ਉਹ ਉਸ ਵੇਲੇ ਵੀ 50 ਰੁਪਏ ਦੀ ਮਿਲੀ ਸੀ ਉਹ। ਅੱਛਾ ਜੀ। ਹਾਂ, ਦੇਖ ਲਓ ਹੁਣ ਉਹ ਮੈਨੇ ਉਹਦੇ 'ਚ ਗੁਲਾਬ ਦੇ ਫੁੱਲ ਲੱਗੇ ਨੇ। ਫਿਰ ਆਖਰਕਾਰ ਤਾਰਾ ਚੌਧਰੀ ਜੀ ਮੈਨੂੰ ਮਿਲੇ, मैंने वो गलत माला उन्होंने पाई, और उन्होंने सी एम्ब्रेस में मैंने जप्फी पा के प्यार किया। पापा जी नहीं आए, मैं वो आए थे, उन्होंने मीटिंग थी, वो चले गए, मैंने छड़ गए। बस फिर कारां आईयां, फिर मैनू कहनी आपां कहनी कार 'ਚ नहीं बैठते। पंजाबी बोलती जी बड़ी फर्स्ट क्लास। अच्छा जी। हाँ, लाहौर दे थे वो। अच्छा अच्छा। हाँ, आपां कहने ਉਹਦੇ 'ਚ नहीं बैठते, तो आपां एयर इंडिया की बस 'ਚ ਪਿੱਛੇ ਬੈਠਾਂਗੇ। ठीक है। ਬਾਜੀ ਫਿਰ ਉਹ ਤੁਸੀਂ ਦੇਖ ਲਓ
ਏਅਰਪੋਰਟ ਤੋਂ ਲੈ ਕੇ ਕੈਨਾਟ ਪਲੇਸ ਦੇ ਅੰਦਰ ਹੈਦਰਾਬਾਦ ਹਾਊਸ ਤੱਕ ਮੈਂ ਉਹਦੇ ਨਾਲ ਚਿਪਕੇ ਐ ਖੜਾ ਬੈਠਾ ਰਿਹਾ ਔਰ ਮੈਨੂੰ ਉਹਦੇ 'ਚੋਂ ਐਸੀ ਸੁਗੰਧ ਆ ਰਹੀ ਥੀ, ਮੈਨੂੰ ਤਾਂ ਸੁਗੰਧ ਐਸੀ ਆ ਰਹੀ ਥੀ ਵੀ ਜਿਸ ਤਰ੍ਹਾਂ ਕੋਈ ਆਸਮਾਨ ਤੋਂ ਕੋਈ ਪਰੀ ਉਤਰੀ ਹੈ, ਉਹ ਆਪਣੇ ਨਾਲ ਖੁਸ਼ਬੂ ਲੈ ਕੇ ਆਈ ਹੈ। ਠੀਕ ਹੈ। ਅੰਬਰ ਵਰਗੀ ਖੁਸ਼ਬੂ थी ਉਹਦੀ, ਔਰ ਉਹਦੇ ਜਿਹੜੇ ਬਾਲ थे गोल्डन थे, ਔਰ ਮੈਂ ਉਹਦੇ ਹੁਸਨ ਦਾ ਬਿਆਨ ਨਹੀਂ ਕਰ ਸਕਦਾ। ਠੀਕ ਹੈ। ਬਿਲਕੁਲ ਪਵਿੱਤਰ, ਬਸ ਉਹ ਬੇਬਾਕੀ ਨਾਲ ਇਸ ਤਰ੍ਹਾਂ ਸਾਡੇ ਨਾਲ ਮੇਰੇ ਨਾਲ ਬੈਠੀ ਸੀ ਜਿਸ ਤਰ੍ਹਾਂ ਕੋਈ ਬਹੁਤ ਪੁਰਾਣਾ ਆਪਣੇ ਜਾਣਕਾਰ ਹੋਵੇ। ਅੱਛਾ ਜੀ। ਯਾਨੀ ਕਾਰਾਂ ਛੱਡ ਕੇ ਟੈਕਸੀਆਂ ਛੱਡ ਕੇ ਫਿਰ ਅਸੀਂ ਉੱਥੇ ਆਏ। ਉੱਥੇ ਆ ਕੇ ਫਿਰ ਅਸੀਂ ਠਹਿਰੇ। ਫਿਰ ਮੈਨੂੰ ਕਹਿੰਦੀ ਭੁੱਖ ਲੱਗੀ, ਆਪਾਂ ਹੁਣ ਕੀ ਕਰੀਏ। ਖਾਣੇ ਦਾ ਇੰਤਜ਼ਾਮ ਦੇਖਿਆ ਉਹਨਾਂ ਨੇ, ਖਾਣੇ ਦਾ ਇੰਤਜ਼ਾਮ ਉਹਨਾਂ ਨੇ ਕੀਤਾ ਨਹੀਂ ਥਾ। ਅੱਛਾ ਜੀ। ਫਿਰ ਕਹਿੰਦੇ ਆਪਾਂ ਚੱਲ ਖਾਣੇ ਫਿਰ ਅਸੀਂ ਜਾਮਾ ਮਸਜਿਦ ਆ ਗਏ। ਜਾਮਾ ਮਸਜਿਦ ਦੀ ਸੀੜੀਆਂ 'ਤੇ ਫਿਰ ਸਾਨੇ ਪੁਲਾਓ ਖਾਇਆ। ਠੀਕ ਹੈ ਜੀ। ਫਿਰ ਨਲਕੇ ਨਾਲ ਪਾਣੀ ਪੀਤਾ। ਠੀਕ ਹੈ। ਅਤੇ ਬਸ ਫਿਰ ਮੈਨੂੰ ਕਹਿੰਦੇ ਹੁਣ ਤੁਸੀਂ ਕਿੱਥੇ ਜਾਓ, ਤੂੰ ਕਿੱਥੇ ਜਾਣਾ, ਤੂੰ ਕਰਕੇ ਬੋਲਦੀ ਸੀ। ਇਤਨੀ ਬੇਬਾਕ ਥੀ ਕਿ ਅਸੀਂ ਤਾਰਾ ਚੌਧਰੀ ਦੀ ਇੱਕ ਫਰੈਂਡ ਸੀ, ਉਹ ਪੈਰਿਸ ਤੋਂ ਆਈ ਹੋਈ ਸੀ, ਉਹਨੂੰ ਗੈਸਟ ਦੇ ਤੌਰ 'ਤੇ ਤਾਰਾ ਚੌਧਰੀ ਉੱਤੇ ਠਹਿਰੇ ਹੋਈ ਸੀ। ਸਾਨੂੰ ਵੀ ਤਾਰਾ ਚੌਧਰੀ ਜੀ ਫਿਰ ਦਿਨ 'ਚ ਉੱਥੇ ਲੈ ਗਏ। ਤਾਂ ਉਹ ਫੋਟੋ ਖਿੱਚਣ ਲੱਗੀਆਂ। ਫੋਟੋ ਖਿੱਚਦੇ ਮੇਰੇ ਨਾਲ ਜਦ ਫੋਟੋ ਖਿੱਚਣ ਲੱਗੀ, ਕਹਿੰਦੇ ਤੂੰ ਵੀ ਕੀ ਯਾਦ ਕਰੇਗਾ। ਐ ਆਪਣੀ ਬਾਂਹ ਮੇਰੀ ਪਾ ਲਈ, ਆ ਕੇ ਮੇਰੇ ਪਿਤਾ ਜੀ ਨੂੰ ਕਹਿੰਦੀ ਖਿੱਚੋ ਫੋਟੋ। ਫਿਰ ਮੇਰੇ ਪਿਤਾ ਜੀ ਨੇ ਫੋਟੋ ਖਿੱਚੀ ਮੇਰੀ ਔਰ ਇਸ ਤਰ੍ਹਾਂ ਬਸ। ਤੁਸੀਂ ਇਸ ਇਸ਼ਕ ਨੂੰ ਪ੍ਰਵਾਨ ਚਾੜਨ ਦੀ ਕੋਸ਼ਿਸ਼ ਨਹੀਂ ਕੀਤੀ, ਅੱਗੇ ਲਿਜਾਣ ਦੀ ਕੋਸ਼ਿਸ਼ ਨਹੀਂ? ਇਸ਼ਕ ਨਹੀਂ, ਇਬਾਦਤ। ਹਾਂ, ਬੜੀ ਕੋਸ਼ਿਸ਼ ਕੀਤੀ, ਬਹੁਤ ਕੋਸ਼ਿਸ਼ ਕੀਤੀ, ਜਦ ਤੱਕ ਉਹ ਪਿੱਛੇ ਜੇ ਮੇਰੀ ਗੱਲ ਵੀ ਹੋਈ ਉਹਨਾਂ ਨਾਲ। ਅੱਛਾ ਜੀ। ਮੇਰੇ ਜਿਸ ਵਕਤ ਉਸ ਵੇਲੇ ਮੈਨੂੰ ਦੱਸਿਆ ਗਿਆ, ਮੈਂ ਟੈਲੀਵਿਜ਼ਨ ਦੇਖ ਰਿਹਾ ਸੀ, ਤਾਂ ਮੈਂ ਆਪਣੇ ਦਾਮਾਦ ਦੇ ਘਰ ਦਿੱਲੀ, ਤਾਂ ਉਹ ਉੱਥੇ ਇੱਕ ਕਲਿੱਪ ਆ ਗਈ ਤਾਰਾ ਚੌਧਰੀ ਦੀ। ਅੱਛਾ। ਹਾਂ, ਮੈਂ ਦਾਮਾਦ ਨੂੰ ਕਿਹਾ ਲਾਓ ਜਲਦੀ ਲਾਓ। ਉਹ ਦੇਖਿਆ ਜੀ, ਉਹ ਫਿਰ ਉਹ ਸੀਨ ਥਾ ਜਿਹੜੀ ਮਾਸਕੋ 'ਚ ਸੰਨ 54 'ਚੋਂ ਗਈ ਥੀ। ਅੱਛਾ। ਹੁਣ ਦੇਖ ਲਓ ਕਿ ਕੀ ਹੈ ਉਹਦੇ 'ਚ। ਫਿਰ ਉਹਦਾ ਸਾਰਾ ਨ੍ਰਿਤ ਮੈਂ ਦੇਖਿਆ ਅਤੇ ਮੈਨੂੰ ਸਾਰੀ ਯਾਦਾਂ ਤਾਜ਼ਾ ਹੋ ਗਈਆਂ, ਲੇਕਿਨ ਉਹ ਇਸ ਵੇਲੇ ਹੈ ਨਹੀਂ ਇਸ ਜਹਾਨ 'ਚ। ਅੱਛਾ। ਇਹ ਤੁਹਾਨੂੰ ਖਬਰ ਕਿਵੇਂ ਪ੍ਰਾਪਤ ਹੋਈ ਹੈ? ਇਹ ਮੇਰਾ ਇੱਕ ਦੋਸਤ ਥਾ, ਉਹਦੇ ਨਾਲ ਮੈਂ ਇਹ ਗੱਲਾਂ ਕਰ ਰਿਹਾ ਥਾ। ਠੀਕ ਹੈ। ਅਤੇ ਉਹਨੇ ਆਹ ਜਿਹੜੀ ਤਸਵੀਰ ਹੈ, ਇਹ ਉਸੇ ਨੇ ਮੈਨੂੰ ਦਿੱਤੀ। ਮੈਨੂੰ ਉਹਦੀ ਗੱਲਾਂ ਸੁਣੀਆਂ, ਤਸਵੀਰ ਨੂੰ ਵੀ ਜ਼ਰੂਰ ਦਿਖਾਵਾਂਗੇ ਵਿੱਚ। ਹਾਂ, ਜਿਸ ਵੇਲੇ ਮੈਂ ਗੱਲਾਂ ਕਰ ਰਿਹਾ ਥਾ, ਉਹ ਕਹਿੰਦਾ ਉਸੇ ਨੇ ਦੱਸਿਆ ਮੈਨੂੰ। ਉਹ ਮੈਨੂੰ ਸਾਰੀਆਂ ਗੱਲਾਂ ਜਦ ਦੱਸੀਆਂ, ਫਿਰ ਉਹ ਮੈਨੂੰ ਉਹ ਤਾਰਾ ਚੌਧਰੀ ਤਸਵੀਰ ਦੇ ਭੇਂਟ ਕਰਕੇ ਗਿਆ। ਉਹ ਤਾਂ ਮੈਂ ਲਾ ਰੱਖੀ ਇੱਥੇ। ਅੱਛਾ ਜੀ। ਮਤਲਬ ਉਹਨਾਂ ਤੋਂ ਤੁਹਾਨੂੰ ਉਹਨਾਂ ਦੇ ਜਿਹੜਾ ਅੰਤ ਦਾ ਉਹ ਪਤਾ ਲੱਗਿਆ। ਹਾਂ। ਹੋਰ ਕੀ ਦਰਸ਼ਕਾਂ ਨਾਲ ਸਾਂਝਿਓ ਕਿ ਤੁਸੀਂ ਜਿਹੜਾ ਇਸ਼ਕ ਕਹਿ ਸਕਦੇ ਹਾਂ ਆਪਾਂ, ਇਬਾਦਤ ਇੱਕ ਤਰ੍ਹਾਂ ਦੀ ਕੀਤੀ, ਬੜੀ ਪਕੀਦਗੀ ਸੀ ਉਹ 'ਚ, ਪਵਿੱਤਰ ਜਿਹੜਾ। ਹਾਂ, ਹੁਣ ਵੀ ਤੁਸੀਂ ਦੇਖੋ, ਯਕੀਨ ਮੰਨਣਾ ਕਿ ਮੈਂ ਅੱਜ ਮੇਰੀ ਉਮਰ 90 ਸਾਲ ਦੇ ਕਰੀਬ ਹੈ, ਮੈਂ ਉਹਨੂੰ ਭੁੱਲ ਨਹੀਂ ਸਕਿਆ। ਕੀ ਬਾਤ ਹੈ। ਯਾਨੀ ਰਾਤ ਨੂੰ ਮੈਂ ਸੌਣ ਤੋਂ ਪਹਿਲਾਂ ਅਕੀਦਤ ਨਾਲ ਸਿਰ 'ਚ ਕਰਨਾ, ਕਿਉਂਕਿ ਇਹ ਜਿਹੜੇ ਕਲਾਕਾਰ ਹੁੰਦੇ ਨਾ, ਇਹ ਰੱਬ ਦਾ ਹੀ ਰੂਪ ਹੁੰਦਾ। ਕੀ ਬਾਤ ਹੈ, ਬਿਲਕੁਲ ਸੱਚ ਕਹਿ ਰਹੇ ਹੋ ਤੁਸੀਂ। ਔਰ ਇਸ ਤਰੀਕੇ ਦਾ ਪਵਿੱਤਰ ਕਲਾਕਾਰ ਮਿਲਣਾ ਤਾਂ ਵਾਕਈ। ਔਰ ਫਿਰ ਜਿਸ ਤਰੀਕੇ ਨਾਲ, ਅੱਛਾ, ਮੇਰੇ ਫਾਦਰ ਦਾ ਬਹੁਤ ਇਹਤਰਾਮ ਕਰਦੀ ਸੀ। ਅਸੀਂ ਇੱਕ ਦਫਾ ਉੱਥੇ ਦੁਪਹਿਰ ਨੂੰ ਤਾਰਾ ਚੌਧਰੀ ਜੀ ਕੋਲੇ, ਜਿੱਥੇ ਕਨਸਟੀਟਿਊਸ਼ਨ ਹਾਊਸ ਉੱਥੇ ਠਹਿਰੀ ਹੋਈ ਸੀ ਉਹ, ਅਤੇ ਸਾਨੂੰ ਉੱਥੇ ਦੁਪਹਿਰੇ ਉਹਨਾਂ ਨੇ ਬੁਲਾ ਲਿਆ। ਕਹਿੰਦੇ ਤੁਸੀਂ ਆਓ ਇੱਥੇ। ਆ ਕੇ ਸਾਡਾ ਖਾਣਾ ਆਇਆ ਉੱਥੋਂ। ਪਿਤਾ ਜੀ ਵੈਜੀਟੇਰੀਅਨ ਥੇ, ਮੈਂ ਤਾਂ ਖਾ ਲੈਂਦਾ था ਉਹਨਾਂ ਤੋਂ ਚੋਰੀ। ਅੱਛਾ। ਅਤੇ ਮੈਨੂੰ ਕਹਿੰਦੇ ਤੂੰ ਕਿਸ ਤਰ੍ਹਾਂ ਦਾ ਖਾਣਾ ਹੈ? ਮੈਂ ਕਿਹਾ ਜੀ ਮੈਂ ਤਾਂ ਸਭ ਕੁਝ ਚੱਲਦਾ ਹੈ। ਕਹਿੰਦੀ ਫਿਰ ਤੁਸੀਂ ਐਂ ਕਰਨਾ, ਉੱਥੇ ਹਾਲ 'ਚ ਖਾਣਾ, ਪਿਤਾ ਜੀ ਦੇ ਲਈ ਮੈਂ ਉਰੇ ਮੰਗਾ ਦਿੰਦੀ ਹਾਂ। ਅੱਛਾ। ਔਰ ਉਹਦੇ ਬਾਅਦ ਫਿਰ ਦੁਪਹਿਰ ਦਾ ਮੌਸਮ, ਗਰਮੀ ਥੀ, ਗਰਮੀ ਦਾ ਮੌਸਮ था। ਬਿਲਕੁਲ ਉਹਨਾਂ ਨੇ ਜਿਸ ਤਰ੍ਹਾਂ ਆਪਾਂ ਘਰ 'ਚ ਪਏ ਹੁੰਦੇ ਆ, ਮੇਰੇ ਪਿਤਾ ਜੀ ਨੂੰ ਕਹਿੰਦੇ ਤੁਸੀਂ ਤਾਂ ਇੱਥੇ ਬੈਠ ਕੇ ਉਹਨਾਂ ਨੂੰ ਪਾਤਾ, ਔਰ ਆਪ ਸਫ ਬਚਾ ਕੇ ਮੈਨੂੰ ਕਹਿੰਦੇ ਪੈ ਜਾਓ, ਤਾਂ ਆਪਾਂ ਦੋਨੋਂ ਇੱਥੇ ਪੈ ਜਾਂਦੇ। ਅੱਛਾ। ਅਸੀਂ ਜਿਸ ਤਰ੍ਹਾਂ ਮਾਂ ਬੇਟਾ ਪੈਂਦੇ ਹੁੰਦੇ,
ਮੈਂ ਬਰਾਬਰ ਪੈ ਲਈ। ਔਰ ਮੈਂ ਉੱਥੇ ਬੈਠਾ ਸੋਚੀ ਜਾਵਾਂ ਮਨਾ ਤੇਰੀ ਕਿਸਮਤ ਕਿੰਨੀ ਚੰਗੀ ਹੈ, ਇੱਕ ਹਿੰਦੁਸਤਾਨ ਦੀ ਮੰਨੀ ਹੋਈ ਕਲਾਕਾਰ, ਔਰ ਉਹ ਤੇਰੇ ਨਾਲ ਇੰਨੀ ਬੇਬਾਕ ਹੋ ਗਈ ਕਿ ਤੈਨੂੰ ਯਾਨੀ ਬੇਟਿਆਂ ਦੀ ਤਰ੍ਹਾਂ ਪਿਆਰ ਕਰਨ ਲੱਗੀ। ਤੁਸੀਂ ਇੰਨਾ ਲੰਮਾ ਸਮਾਂ 90 ਸਾਲ ਬਹੁਤ ਵੱਡੀ ਉਮਰ, ਅੱਜ ਦੇ ਸਮੇਂ ਜੇ ਆਪਾਂ ਗੱਲ ਕਰੀਏ ਬਹੁਤ ਵੱਡੀ ਉਮਰ, ਤੰਦਰੁਸਤੋਂ ਸਹੀ, ਇਹਦੇ ਵਿੱਚ ਇਸ ਚੀਜ਼ ਦਾ ਯੋਗਦਾਨ, ਇਹਨਾਂ ਯਾਦਾਂ ਦਾ ਯੋਗਦਾਨ ਕਿੰਨਾ ਕੁ? ਪੂਰਾ ਤੁਸੀਂ ਸਮਝਦੇ ਹੋ ਵੀ ਸਾਨੂੰ ਤਰੋਤਾਜ਼ਾ ਰੱਖਣ ਲਈ ਹਾਂ। ਇਹ ਨਸ਼ਾ ਜਿਹੜਾ ਹੈਗਾ ਮੈਨੂੰ ਜਿਸ ਵਕਤ ਮੈਂ ਦੇਖਦਾ ਹੁਣ, ਤੁਸੀਂ ਦੇਖੋ ਹੁਣ ਚਾਹੇ ਕੁਝ ਕਹੀ ਜਾਵੇ ਨਾ ਕਹੀ ਜਾਵੇ, ਮੈਂ ਸੌਣ ਤੋਂ ਪਹਿਲਾਂ ਇਹਨਾਂ ਨੂੰ ਨਮਸਕਾਰ ਕਰਦਾ। ਕੀ ਬਾਤ ਹੈ। ਔਰ ਸਵੇਰੇ ਉੱਠ ਕੇ, ਕਿਉਂਕਿ ਇਹਨਾਂ ਨੂੰ ਕੋਈ ਲਾਲਚ ਨਹੀਂ, ਕਿਸ ਤੋਂ ਕੀ ਲਾਲਚ ਥੀ ਬਸ। ਲੇਕਿਨ ਇਹ ਹੈ ਇਹ ਜਿਸ ਵੇਲੇ ਸਾਨੂੰ ਮਿਲੇ, ਅਸੀਂ ਚਾਂਦਨੀ ਚੌਂਕ 'ਚ ਫਿਰ ਰਹੇ ਸੀਗੇ, ਮੈਨੂੰ ਕਹਿੰਦੇ ਮੇਰੇ ਪਿਤਾ ਨੂੰ ਜੀ ਕਰਕੇ ਬੋਲਿਆ ਕਰਦੇ ਜੀ, ਪਾਪਾ ਜੀ ਮੇਰੇ ਬੋਲੇ, ਕਹਿੰਦੇ ਤਾਰਾ ਤੂੰ ਮੈਨੂੰ ਹਰੀ ਕਿਹਾ ਕਰ, ਕਿਉਂਕਿ ਮੈਨੂੰ ਲੋਕ ਪਿਆਰ ਨਾਲ ਹਰੀ ਕਹਿੰਦੇ ਹੈ, ਡੀਅਰੈਸਟ ਹਰੀ। ਤਾਂ ਉਹ ਬਾਬੂ ਜੀ ਨੂੰ ਹਰੀ ਕਹਿੰਦੀ ਸੀ। ਕਹਿੰਦੀ ਅੱਜ ਮੇਰੇ ਭੱਲੇ ਖਾਣ ਨੂੰ ਜੀ ਕਰਦਾ ਹੈ। ਅੱਛਾ ਜੀ। ਕਹਿੰਦੀ ਖਾ ਲਓ। ਕਹਿੰਦੀ ਮੈਂ ਤਰਸ ਗਈ ਹੈ, ਆਜ਼ਾਦ ਜ਼ਿੰਦਗੀ ਤੂੰ ਤਰਸ ਗਈ ਹੈ, ਮੇਰਾ ਜੀ ਕਰਦਾ ਮੈਂ ਭੱਲੇ ਖਾਵਾਂ, ਮੇਰਾ ਜੀ ਕਰਦਾ ਜੋ ਮੈਂ ਬਚਪਨ 'ਚ ਜਿਸ ਤਰ੍ਹਾਂ ਫਿਰਦੀ ਸੀ ਆਜ਼ਾਦ ਆਏ ਫਿਰਾਂ। ਮੈਂ ਪਾਬੰਦੀ 'ਚ ਨਹੀਂ ਰਹਿਣਾ ਚਾਹੁੰਦੀ, ਲੇਕਿਨ ਕਹਿੰਦੀ ਮੈਨੂੰ ਕੀ ਕਰਾਂ, ਮੈਨੂੰ ਰਹਿਣਾ ਪੈਂਦਾ ਹੈ। ਕੀ ਬਾਤ ਹੈ। ਔਰ ਚੂँਕਿ ਜੇ ਕਹਿੰਦੀ ਮੈਂ ਜ਼ਰਾ ਕਿ ਵੀ ਕੋਈ ਐਸੀ ਹਰਕਤ ਹੋ ਜਾਏ, ਉਹ ਫਿਰ ਆਰਟ ਬਦਨਾਮ ਹੁੰਦਾ ਉਹਦੇ 'ਚ। ਕੀ ਬਾਤ ਹੈ। ਬਹੁਤ। ਔਰ ਮੇਰਾ ਜਿਹੜਾ ਨਾਂ ਹੈ ਉਹ ਖਰਾਬ ਹੁੰਦਾ। ਇਸ ਇਸ ਨਜ਼ਰ ਨਾਲ ਉਹ ਜਿਹੜੇ ਕਲਾਕਾਰ ਸੀ ਆਪਣੀ ਕਲਾ ਨੂੰ ਪਿਆਰ ਕਰਦੇ ਸੀ, ਸ਼ਾਇਦ ਉਹਨਾਂ ਦੀ ਪ੍ਰਸਿੱਧੀ ਦਾ ਵੀ ਇਹੀ ਕਾਰਨ ਹੈ। ਹਾਂ ਬਿਲਕੁਲ, ਕਿਉਂਕਿ ਉਹ ਬਹੁਤ ਬੜੇ ਇਬਾਦਤ ਤੁਹਾਨੂੰ ਦੱਸਣ ਉਹਨੂੰ ਆਪਣੀ ਪੂਜਾ ਸਮਝਦੇ ਸੀ। ਬੇਤਾਬ ਜੀ, ਇੱਕ ਮੇਰਾ ਥੋੜਾ ਜਿਹਾ ਇਸ ਮੁਲਾਕਾਤ ਤੋਂ ਅੱਗੇ ਦਾ ਜਿਹੜਾ ਪ੍ਰਸ਼ਨ ਉਹ ਇਹ ਹੈ ਕਿ ਜੇ ਤੁਹਾਡੀ ਇਹ ਇਬਾਦਤ ਇਸ਼ਕ ਦੇ ਵਿੱਚ ਬਦਲਦੀ ਇਨ ਕੇਸ, ਤਾਂ ਇਹ ਜਿਹੜੀਆਂ ਯਾਦਾਂ ਤੁਸੀਂ ਹੁਣ ਸੰਭਾਲੀ ਬੈਠੇ ਹੋ, ਜਾਂ ਜਿਹੜਾ ਨਸ਼ਾ ਹੈ, ਤੁਹਾਨੂੰ ਲੱਗਦਾ ਵੀ ਹੁਣ ਉਸੇ ਤਰੀਕੇ ਨਾਲ ਨਾ। ਗੱਲ ਇਹ ਹੈ ਕਿ ਦੇਖੋ ਸਾਡਾ ਉਮਰ ਦਾ 15 ਸਾਲ ਦਾ ਫਰਕ था। ਠੀਕ ਹੈ ਜੀ। ਉਹ ਮੇਰੇ ਤੋਂ 15-20 ਸਾਲ ਵੱਡੇ थे। ਅੱਛਾ ਜੀ। ਮੇਰੇ ਤੇ ਜਜ਼ਬਾ ਹੀ ਇਬਾਦਤ ਦਾ ਹੈ। ਕੀ ਬਾਤ ਹੈ। ਉਹਦੇ ਦੂਸਰੀ ਮਹਿਲ ਆਈ ਹੋ ਨਹੀਂ ਹੈ। ਕੀ ਬਾਤ ਹੈ। ਹੁਣ ਵੀ ਤੁਸੀਂ ਦੇਖੋ ਪਈ ਹੈ ਤਸਵੀਰ, ਮੈਨੇ ਜਗਮੇਲ ਮੇਰਾ ਦੋਸਤ ਹੈ ਇੱਕ, ਉਹਨੂੰ ਜੇ ਗੱਲ ਸੁਣਾਈ, ਉਹਨੇ ਕੱਢ ਕੇ ਉਹਦੇ 'ਚੋਂ ਉਹ ਕੀ ਉਹ ਹੁੰਦੇ ਨੇ ਔਰ ਗੂਗਲ 'ਚੋਂ ਕੱਢ ਕੇ ਤਸਵੀਰ ਉਹ ਮੈਨੂੰ ਭੇਂਟ ਕਰਕੇ ਗਿਆ। ਕੀ ਬਾਤ ਹੈ। ਅਸਲ 'ਚ ਤੁਹਾਡਾ ਜਿਹੜਾ ਇਹ ਇਬਾਦਤ ਕਹਿ ਲਈਏ, ਆਪਾਂ ਇਸ਼ਕ ਕਹਿ ਲਈਏ, ਜਿਵੇਂ ਤੁਸੀਂ ਮੇਰੇ ਨਾਲ ਵਾਰਤਾਲਾਪ ਇਹ ਵੀ ਕਰ ਰਹੇ ਹੋ, ਇਹ ਕਹਾਣੀ ਜਿਹੜੀ ਤੁਸੀਂ ਦਰਸ਼ਕਾਂ ਅੱਗੇ ਬਿਆਨ ਕਰ ਰਹੇ ਹੋ, ਇਹਦੇ 'ਚ ਸੱਚਾਈ ਇੰਨੀ ਹੈ ਕਿ ਸੁਣਨ ਵਾਲੇ ਨੂੰ ਵੀ ਇਸ਼ਕ ਹੋ ਜਾਂਦਾ। ਤੁਹਾਡੀ ਵੀ ਸੋਚ ਦੇ ਉੱਪਰ ਤੇ ਉਹ ਤਾਰਾ ਚੌਧਰੀ ਦੀ ਸੋਚ ਦੇ ਉੱਪਰ ਕਿੰਨਾ ਸੱਚਾ ਸੁੱਚਾ ਉਸ ਵੇਲੇ ਦਾ, ਉਸ ਵੇਲੇ ਦੀ ਇਬਾਦਤ ਸੀ, ਇਸ਼ਕ ਸੀ। ਦੋਸਤੋ, ਇਹ ਸੀ ਕ੍ਰਿਸ਼ਨ ਬੇਤਾਬ ਹੋਰੀ, ਜਿਨ੍ਹਾਂ ਨੇ 1948 ਵੇਲਿਆਂ ਦੇ ਆਪਣੀ ਇਬਾਦਤ ਦੀ, ਆਪਾਂ ਇਸ਼ਕ ਦੀ ਕਹਿ ਲਈਏ, ਕਹਾਣੀ ਸਾਡੇ ਨਾਲ ਸਾਂਝੀ ਕੀਤੀ। ਅਗਲੀ ਵਾਰ ਕਿਸੇ ਹੋਰ ਸ਼ਖਸੀਅਤ ਨੂੰ ਲੈ ਕੇ ਹਾਜ਼ਰ ਹੋਵਾਂਗੇ। ਤਦ ਤੱਕ ਲਈ ਪਿਆਰ ਭਰੀ ਸਤਿ ਸ਼੍ਰੀ ਅਕਾਲ। ਚੌਹਾਨ ਇੰਟਰਟੇਨਮੈਂਟ, ਤੁਹਾਡਾ ਆਪਣਾ, ਤੁਹਾਡੇ ਲਈ।